श्री वाहिगुरु साहिब जी। ब्रह्मा जी के जन्म ते प्रगट होत संसार महाप्रलय हैव मर महाप्रलय हवै मਰਨ ते यह बात निर्धार। और खालसा जी फतेह। ब्रह्मा जी के जन्म ते प्रगट होत संसार। ब्रह्मा जी के जन्म के नाल संसार प्रगट हो जाता। महाप्रलय हवै मਰਨ ते ਜਦੋਂ ब्रह्मा की मौत ਹੁੰਦੀ है 360 ਦਿਨਾਂ ਬਾਅਦ ਜਿਹੜੇ ਉਹ ਦੱਸੇ ਗਏ ਨੇ ਹਨਾ, ਤਾਂ ਮਹਾਪਰਲੇ ਹੋ ਜਾਂਦੀ ਹੈ। ਇਹ ਬਾਤ ਨਿਰਣੇ ਕਰ ਲਓ, ਇੱਕ ਪਰਲੇ ਹੁੰਦੀ ਹੈ, ਇੱਕ ਮਹਾਪਰਲੇ ਹੁੰਦੀ ਹੈ। ਪਰਲੇ ਹੁੰਦੀ ਵੀ ਜਿਵੇਂ ਮਤਲਬ ਦੁਨੀਆ ਤੇ ਬੰਦੇ ਜਾਂ ਪਸ਼ੂ ਪੰਛੀ ਮਰ ਗਏ ਪਰ ਧਰਤੀ ਰਹਿੰਦੀ ਹੈ। ਮਹਾਪਰਲੇ 'ਚ ਧਰਤੀ ਧੁਰਤੀ ਵੀ ਸਭ ਸਮਾਪਤ ਹੋ ਜਾਂਦੀ ਹੈ। ब्रह्मा जी के जन्म से संसार पैदा होता है, मरने से महाप्रलय होती ये बात निश्चय है। कहो कहाँ लग ईश की माया को विस्तार। ਮਾਇਆ ਜਿਹੜੀ ਈਸ਼ਵਰ ਦੀ ਉਹਦਾ ਵਿਸਤਾਰ ਕਿੱਥੋਂ ਤਾਈਂ ਕਹੀਏ, ਉਹਦਾ ਅੰਤ ਹੀ ਕੋਈ ਨਹੀਂ। ਤਾਹੀ ਤੇ ਸੰਖੇਪ ਸੋ ਕਹਿ ਕਛ ਕੀਓ ਵਿਚਾਰ। ਇਸ ਕਰਕੇ ਸੰਖੇਪ ਵਿੱਚ ਹੀ ਥੋੜ੍ਹੀ ਜਿਹੀ ਵਿਚਾਰ ਕੀਤੀ ਹੈ। ਜਿਹੜਾ ਦੱਸਿਆ ਨਾ ਇਹ ਸੂਖਮ ਜਿਹਾ ਦੱਸਿਆ, ਪੂਰਾ ਨਹੀਂ ਦੱਸ ਸਕਦਾ ਕੋਈ। ਜਿਹੜੀ ਸਾਇੰਸ ਵਾਲੇ ਨੇ ਉਹ ਵੀ ਜਿਹੜੀ ਥਿਊਰੀ ਹੈ ਉਹ ਵੀ ਪੂਰੀ ਨਹੀਂ ਦੱਸ ਸਕਦੇ, ਉਹ ਵੀ ਬਦਲਦੇ ਰਹਿੰਦੇ ਆ। ਇਸ ਕਰਕੇ ਕਹਿੰਦੇ ਵੀ ਅਸੀਂ ਕੋਈ ਪੂਰਾ ਨਿਸ਼ਚੈ ਨਹੀਂ ਕਰ ਸਕਦੇ ਵੀ ਇੱਦਾਂ ਹੀ ਆ। ਕੁਛ ਸੰਖੇਪ ਨਾਲ ਥੋੜ੍ਹਾ ਜਿਹਾ ਦੱਸਿਆ ਜਿੰਨਾ ਕੁ ਅਨੁਭਵ 'ਚ ਆਇਆ। हे सिख ईश्वर की माया का कहाँ तक विस्तार कहूँ, इसी से थोड़े में कह के कुछ विचार किया है। तत्पद ईश्वर को कहो तो हो सकल विस्तार। ਈਸ਼ਵਰ ਦਾ ਤਤਪਦ ਸੀ ਨਾ ਪਹਿਲਾਂ, ਤਤ ਤਵੰਗ ਅਸੀਂ ਦਾ ਦੱਸਣਾ। ਤਤਪਦ ਦੀ ਸਮਾਪਤੀ ਹੈ, ਤੈਨੂੰ ਵਿਸਥਾਰ ਨਾਲ ਦੱਸਦਾ। ਹਾਂਜੀ। अब सुन ਤਵੰਗ ਪਦ ਜੀਵ ਕੋ ਜਿਉ ਨਸਾਏ ਸੰਸਾਰ। ਹੁਣ ਤਵੰਗ ਪਦ ਦਾ ਅਰਥ ਸੁਣ ਲਾ। ਤਵੰਗ ਦਾ ਅਰਥ ਜੀਵ ਹੁੰਦਾ। ਜੇ ਇਹਦਾ ਤੈਨੂੰ ਸਮਝ ਆ ਗਈ ਤੇ ਸੰਸਾਰ ਜਿਹੜਾ ਖਤਮ ਹੋ ਜਾਏਗਾ, ਨਾਸ ਹੋ ਜਾਏਗਾ। ਨਹੀਂ ਤਾਂ ਸੰਸਾਰ ਬਣਿਆ ਰਹੇਗਾ। ਜੇ ਸੰਸਾਰ ਬਣਿਆ ਰਹੇਗਾ ਤੇਰਾ ਜਨਮ ਮਰਨ ਵੀ ਹੁੰਦਾ ਰਹੇਗਾ। ਜੇ ਤੂੰ ਸੰਸਾਰ ਖਤਮ ਕਰੇਗਾ ਤੇਰਾ ਜਨਮ ਮਰਨ ਵੀ ਖਤਮ ਹੋ ਜਾਏਗਾ। ਪਰ ਤਤ ਪਦ ਨੂੰ ਸਮਝ ਕੇ ਤਵੰਗ ਪਦ ਨੂੰ ਵੀ ਸਮਝਣਾ ਪੈਣਾ। ਹੁਣ ਉਹ ਤੈਨੂੰ ਤਵੰਗ ਪਦ ਦੇ ਅਰਥ ਦੱਸਣਗੇ। टीका यह तत्पद ईश्वर का तेरे को विस्तार से कहा है। अब तू पद जीव का श्रवण कर, जैसे संसार का नाश होता है। तत्पद अथ त्वंग पदार्थ मरहटा छंद। ਇਹ ਤੇ ਤਤ ਪਦਾਰਥ ਦਾ ਮਤਲਬ ਹੈ ਤਤ ਪਦਾਰਥ ਇੱਥੋਂ ਤੱਕ ਦੱਸਿਆ, ਯਾਨੀ ਜਿਹੜੇ ਪਿੱਛੇ ਹਾਂਜੀ 47 ਕੁ 48 ਕੁ ਮਤਲਬ ਛੰਦ ਸੀਗੇ, ਉਹਨਾਂ ਦੇ ਵਿੱਚ ਇਹ ਦੱਸਿਆ ਸੀ। ਹੁਣ ਤਵੰਗ ਪਦ ਦਾ ਦੱਸਣਗੇ। ਅਥ ਮੈਨੇ ਹੁਣ ਤਵੰਗ ਪਦਾਰਥ ਦਾ ਰੱਟਾ ਛੰਦ ਵਿੱਚ ਵਰਣਨ ਕਰਦੇ ਆ। ਜੋ ਪਹਿਲੇ ਉਤਪਤ ਈਸ਼ ਕੀ ਵਹੀ ਜੀਵ ਕੀ ਜਾਨੋ। ਜੋ ਪਹਿਲਾਂ ਦੱਸਿਆ ਈਸ਼ਵਰ ਦੀ ਉਤਪਤੀ ਕਿਵੇਂ ਹੋਈ ਹੈ, ਉਹੀ ਸੇਮ ਉੱਦਾਂ ਹੀ ਜੀਵ ਦੀ ਹੈ। ਜੀਵ ਦੀ ਉਤਪਤੀ ਵੀ ਉੱਦਾਂ ਹੀ ਹੈ। ਹਾਂਜੀ। ਵਾਕੇ ਸ਼ੁੱਧ ਸਤੋ ਗੁਣ ਜਾਂ ਕੇ ਰਜਤਮ ਅਧਿਕ ਬਖਾਨੋ। ਵਾਂ ਕੇ ਮੈਨੇ ਈਸ਼ਵਰ ਦੇ ਸ਼ੁੱਧ ਸਤੋ ਗੁਣ ਜ਼ਿਆਦਾ ਸੀਗਾ। ਈਸ਼ਵਰ ਦੇ ਰਜੋ ਜੀਵ ਦੇ ਵਿੱਚ ਰਜੋ ਤਮੋ ਅਧਿਕ ਹੈ। ਇਸ ਕਰਕੇ ਇਹ ਜੀਵ ਹੈ, ਉਹ ਸਤੋ ਗੁਣ ਸਹਿਤ ਹੈ, ਉਹ ਸਭ ਕੁਝ ਜਾਣਦਾ ਹੈ, ਉਹ ਈਸ਼ਵਰ ਹੈ। ਸਿੱਖਿਓ ਵਾਚ ਸਤ ਰਜ ਤਮ ਇਹ ਤੀਨੋਂ ਗੁਣ ਮਾਇਆ ਤੇ ਕਹਿ ਆਏ। ਸਤੋ ਗੁਣ ਰਜੋ ਗੁਣ ਤਮੋ ਗੁਣ ਮਾਇਆ ਤੋਂ, ਮਾਇਆ ਦੇ ਕਿੱਥੋਂ ਆਏ ਨੇ? ਇਹ ਸਿੱਖ ਨੇ ਸਵਾਲ ਕੀਤਾ। ਤਿੰਨ ਕੇ ਲੱਛਣ ਕਿਰਪਾ ਸਿੰਧ ਤੁਮ ਮੋਹੇ ਨਾ ਭਿੰਨ ਸੁਨਾਏ। ਤਿੰਨ ਕੇ ਲੱਛਣ ਕਿਰਪਾ ਸਿੰਧ ਤੁਮ ਮੋਹ ਨ ਭਿੰਨ ਸੁਨਾਏ। ਇਹ ਕਿਰਪਾ ਸਾਗਰ ਗੁਰੂ ਜੀ, ਤੁਸੀਂ ਮੈਨੂੰ ਸਤੋ ਰਜੋ ਤਮੋ ਦੇ ਮਾਇਆ ਦੇ 3 ਗੁਣ ਨੇ, ਉਹਦੇ ਲੱਛਣ ਭਿੰਨ ਕਰਕੇ ਨਹੀਂ ਦੱਸੇ। ਹਾਂਜੀ। टीका जो पहले ईश्वर की उत्पत्ति कही है
वही जीव की जानो। परंतु यह भेद है कि वह ईश्वर के शुद्ध सत गुण अधिक हैं या जीव के रजोगुण तमोगुण अधिक हैं। शंका सिख कहता है कि हे गुरु कृपा के समुंदर, सतो रजो तम के तीन गुण माया ते जीव में कैसे आए हैं। तिना गुणा दे लक्षण आपने मेरे प्रति भिन्न करके नहीं सुनाए। श्री गुरुवाच दोहरा, सकल वस्तु को ज्ञान और बुद्ध विमल जब होए, यही सतो गुण जानिए कहत सियानो लोए। ਸ੍ਰੀ ਗੁਰੂ ਜੀ ਉਹ ਸਿੱਖ ਦਾ ਸਵਾਲ ਸੀ ਨਾ ਵੀ ਤਿੰਨਾਂ ਗੁਣਾਂ ਬਾਰੇ ਦੱਸੋ, ਤਾਂ ਪਹਿਲਾਂ ਸਤੋ ਗੁਣ ਬਾਰੇ ਦੱਸਦੇ ਆ। ਕਹਿੰਦੇ ਜਦੋਂ ਸਾਰੀਆਂ ਵਸਤੂਆਂ ਦਾ ਸਹੀ ਗਿਆਨ, ਯਥਾਰਥ ਗਿਆਨ ਹੋਵੇ ਤੇ ਬੁੱਧੀ ਨਿਰਮਲ ਹੋਵੇ, ਇਸੇ ਨੂੰ ਸਤੋ ਗੁਣ ਕਹਿੰਦੇ ਆ। ਸਤੋ ਗੁਣ ਦਾ ਲੱਛਣ ਇਹ ਹੈ, ਬੁੱਧੀ ਬੰਦੇ ਦੀ ਨਿਰਮਲ ਹੋਵੇ, ਉਹਨੂੰ ਹਰ ਚੀਜ਼ ਦਾ ਸਹੀ ਸਹੀ ਯਥਾਰਥ ਗਿਆਨ ਹੋਵੇ, ਤੇ ਸਮਝੋ ਸਤੋ ਗੁਣ ਹੈ। टीका, संपूर्ण वस्तुओं का ज्ञान और बुद्ध जब निर्मल होए, यही सतोगुण जानना, यही सियाने लोग कहते हैं। लोभ लिए व्यवहार जो राजगुण पहचान। ਜਿਹੜਾ ਲਾਲਚ ਵਾਸਤੇ ਵਿਹਾਰ ਕਰਦੇ ਆ ਆਪਾਂ ਵੀ ਚਲੋ ਕੈਨੇਡਾ ਦਾ ਵੀਜ਼ਾ ਲਵਾ ਲੈਂਦੇ ਆ, ਅਮਰੀਕਾ ਚੱਲਦੇ ਆ, ਫੈਕਟਰੀ ਖੋਲ੍ਹ ਲੈਂਦੇ ਆ, ਪ੍ਰੋਪਰਟੀ ਡੀਲਰ ਬਣ ਜਾਂਦੇ ਆ, ਕੋਈ ਕਾਲਜ ਕੋਈ ਸਕੂਲ ਖੋਲ੍ਹਦੇ ਆ, ਕੋਈ ਹਸਪਤਾਲ ਖੋਲ੍ਹਦੇ ਆ, ਪੈਸਾ ਕਮਾਵਾਂਗੇ, ਇਹ ਰਜੋਗੁਣ ਹੈ। ਲੋਭ ਲੀਏ ਵਿਵਹਾਰ ਜੋ ਸੋਈ ਰਜੋਗੁਣ ਜਾਣ। ਜਿਹੜਾ ਲੋਭ ਦੇ ਲਈ ਵਿਹਾਰ ਹੈ ਸੋ ਰਜੋਗੁਣ ਹੈ। ਠੀਕ ਹੈ। ਆਲਸਿਆ ਨਿੰਦਰਾ ਵਿਕਲਤਾ ਮੋਹ ਤਮੋ ਗੁਣ ਜਾਨ। ਤੇ ਤਮੋਗੁਣ ਕੀ ਹੈ? ਆਲਸ, ਲੇਜ਼ੀਪੁਣਾ। ਕੋਈ ਨਹੀਂ, ਸਵੇਰੇ ਕਰ ਲਾਂਗੇ ਨਿਤਨੇਮ, ਕੱਲ੍ਹ ਨੂੰ ਕਰ ਲਾਂਗੇ, ਅੱਜ ਰਹਿਣ ਦਿੰਦੇ ਆ। ਨਿੰਦਰਾ, ਸੁੱਤੇ ਰਹਿਣਾ। ਵਿਆਕੁਲ ਹੋ ਜਾਣਾ, ਵਿਕਲਤਾ ਦਾ ਵਿਆਕੁਲ, ਘਬਰਾ ਜਾਣਾ, ਛੋਟੀ ਜਿਹੀ ਗੱਲ ਤੋਂ ਹੀ ਘਬਰਾ ਜਾਣਾ। ਤੇ ਮੋਹ ਹੋਣਾ, ਇਹ ਤਮੋ ਗੁਣ ਦੀਆਂ ਨਿਸ਼ਾਨੀਆਂ ਨੇ। ਇਹ ਤਮੋ ਗੁਣ ਹੈ। ਆਲਸ, ਨਿੰਦਰਾ, ਵਿਆਕੁਲਤਾ ਤੇ ਮੋਹਿਤ ਹੋ ਜਾਣਾ, ਮੋਹ 'ਚ ਫਸ ਕੇ ਬੰਦਾ ਗਲਤ ਕੰਮ ਕਰਦਾ, ਇਹ ਤਮੋ ਗੁਣ ਹੈ। ਲੋਭ ਜਿਹੜਾ ਹੈ ਉਹ ਰਜੋਗੁਣ ਹੈ। टीका, जो लोग के वास्ते व्यवहार हैं सो रजोगुण जानना, और आलस्य निंद्रा व्याकुलता और मोह जब होवे तब तमोगुण जानिए। सवैया, सच्चिदानंद स्वरूप अखंड सो आप तमोगुण ते ਵਿਸਰਾਇਓ। ਕਹਿੰਦੇ ਸਤ ਚਿਤ ਆਨੰਦ ਜਿਹੜਾ ਸਰੂਪ ਹੈ, ਸੱਚ ਦਾ ਆਨੰਦ ਆ, ਸਤ ਚਿਤ ਆਨੰਦ ਜਿਹੜਾ ਸਰੂਪ ਹੈ ਅਖੰਡ ਹੈ। ਤਮੋ ਗੁਣ ਕਰਕੇ ਉਹ ਭੁੱਲ ਗਿਆ। ਜੀਵ ਦੀ ਦੱਸ ਰਹੇ ਨਾ, ਤਮੰਗ ਪਾਦਰ ਦੱਸ ਰਹੇ ਨੇ। ਜੀਵ ਨੂੰ ਤਮੋ ਗੁਣ ਅਧਿਕ ਹੋਣ ਕਰਕੇ ਇਹ ਭੁੱਲ ਗਿਆ ਕਿ ਮੈਂ ਸੱਚ ਚਿਤ ਆਨੰਦ ਸਰੂਪ ਹਾਂ ਔਰ ਅਖੰਡ ਸਰੂਪ ਹਾਂ। एक ते जीव अनेक बनाए कै माया कियो अपनो मन भायो। ਇੱਕ ਤੋਂ ਅਨੇਕਾਂ ਬਣਾਤੇ ਜੀਵ। ਇਹ ਮਾਇਆ ਨੇ ਆਪਣੀ ਮਰਜ਼ੀ ਕੀਤੀ ਹੋਈ ਹੈ। ਆਪਣੀ ਮਰਜ਼ੀ ਨਾਲ ਮਾਇਆ ਇੱਕ ਤੋਂ ਅਨੇਕ ਰੂਪ ਪੈਦਾ ਕਰ ਰਹੀ ਹੈ। ਹਾਂਜੀ। कारण देह अविद्या यह हर वाही को नाम अज्ञान कहायो। ਇਹੀ ਜੀਵ ਦੀ ਕਾਰਨ ਦੇਹ ਹੈ। ਜਿਵੇਂ ਈਸ਼ਵਰ ਦੀ ਕਾਰਨ ਦੇਹ ਮਾਇਆ ਸੀ ਨਾ। ਹਾਂਜੀ। ਪ੍ਰਥਮ ਲਿਖਿਆ ਸੀ ਨਾ ਵੀ ਪ੍ਰਥਮ ਦੇ ਕਾਰਨ ਮਾਇਆ ਜਾਂ ਕੇ ਬਲ ਸਭ ਜਗਤ ਉਪਾਇਆ। ਤੇ ਕਹਿੰਦੇ ਜੀਵ ਦੀ ਕਾਰਨ ਦੇ ਕਿਹੜੀ ਹੈ? ਅਵਿਦਿਆ। ਯਾਹੀ ਕੋ ਨਾਮ ਅਗਿਆਨ ਕਹਾਇ, ਉਹਨੂੰ ਹੀ ਅਗਿਆਨ ਕਹਿੰਦੇ ਨੇ। ਜਿਹਦਾ ਸਰੂਪ ਹੁੰਦਾ ਆਈ ਡੋਂਟ ਨੋ, ਮੈਂ ਨਹੀਂ ਜਾਣਦਾ, ਉਹੀ ਅਗਿਆਨ ਹੈ। ਜੇ ਤੈਨੂੰ ਕੋਈ ਪੁੱਛੇ ਵੀ ਅਵਿਦਿਆ ਦਾ ਕੀ ਸਰੂਪ ਹੈ, ਤਾਂ ਫਿਰ ਮੈਂ ਨਹੀਂ ਜਾਣਦਾ, ਇਹੀ ਸਰੂਪ ਹੈ। ਜੇ ਕਿਸੇ ਗੱਲ ਨੂੰ ਨਹੀਂ ਜਾਣਦਾ ਕੋਈ, ਹਾਂਜੀ, ਉਹੀ ਅਵਿਦਿਆ ਹੈ, ਉਹੀ ਅਗਿਆਨ ਹੈ। ਔਰ ਜਿਵੇਂ ਇੱਕ ਸਰੀਰ ਦੇ ਅੰਦਰ ਬੰਦੇ ਦੇ ਛੋਟਾ ਜਿਹਾ ਤਿਲ ਹੁੰਦਾ, ਕਿਸੇ ਦੀ ਗੱਲ 'ਤੇ ਹੁੰਦਾ, ਕਿਸੇ ਦੇ ਪੱਟ 'ਤੇ, ਕਿਸੇ ਦੇ ਹੱਥ 'ਤੇ, ਕਿਸੇ ਦੇ ਨੱਕ 'ਤੇ ਹੁੰਦਾ ਨਾ, ਤਿਲ ਨਹੀਂ ਹੁੰਦਾ ਛੋਟਾ ਜਿਹਾ। ਇੰਨਾ ਕੁ ਬ੍ਰਹਮ ਦੇ ਸਰੀਰ 'ਤੇ ਅਗਿਆਨ ਹੈ।
ਬ੍ਰਹਮ ਦੇ ਸਰੂਪ 'ਚ ਇੰਨਾ ਕੁ ਗਿਆਨ ਵੜਿਆ, ਉਹ ਕਹਿੰਦਾ ਆਈ ਡੋਂਟ ਨੋ, ਕਿਉਂਕਿ ਆਈ ਡੋਂਟ ਨੋ, ਮੈਂ ਨਹੀਂ ਜਾਣਦਾ, ਮੈਂ ਨਹੀਂ, ਮੈਂ ਨਹੀਂ ਜਾਣਦਾ ਨੂੰ ਵੀ ਤਾਂ ਕੋਈ ਜਾਣਦਾ, ਉਹ ਬ੍ਰਹਮ, ਠੀਕ ਹੈ ਨਾ। ਉਹ ਬ੍ਰਹਮ ਦੇ ਅੰਦਰ ਹੀ ਤਾਂ ਅਗਿਆਨ ਵਸਿਆ, ਉਹੀ ਅਗਿਆਨ ਅਵਿਦਿਆ ਉਹਨੇ ਤਮੋਗੁਣ ਦੇ ਇਹਦੇ ਪ੍ਰਭਾਵ ਕਰਕੇ ਬ੍ਰਹਮ ਨੂੰ ਭੁੱਲਿਆ ਹੋਇਆ, ਬ੍ਰਹਮ ਨੂੰ ਭੁਲਾ ਦਿੱਤਾ ਕਿ ਮੈਂ ਬ੍ਰਹਮ ਆ। ਅੱਛਾ, ਠੀਕ ਹੈ। वायु को नाम अज्ञान कहा है। सूक्ष्म स्थूल उपाद को मूल, सूक्ष्म भी है, स्थूल उपाधियां दा मूल अज्ञान ही है सारा। यह प्रतिकूल सुख आनंद गाय, सुख ते आनंद दे उल्टा है, प्रतिकूल है सुख आनंद दा, क्योंकि जिथे मैं नहीं जानता उत्थे सुख नहीं हो सकता, आनंद नहीं हो सकता उत्थे। का सत चित आनंद ओ अखंड स्वरूप अपना परमात्मा ने तमोगुण से भुला दिया। एक परमात्मा से अनेक जीव बनाए के माया ने अपना मन भावत किया, सो मन भावता किया, सो अविद्या ही कारण दे है, और इसी का नाम अज्ञान कहा है। सूक्ष्म स्थूल उपाधियों का मूल यही प्रतिकूल नाम दुखदायक कारण देह है, यह सुखदेव कहते हैं। सुखदेव मुनि जी कहते हैं भी यही कारण दे है। अज्ञान सूक्ष्म स्थूल देह का हेतु है, जहाँ ते इसको कारण दे कहते हैं। कारण ਹੁੰਦਾ ਜਿਵੇਂ ਕਿਸੇ ਦਾ, ਜਿਵੇਂ ਮੰਨ ਲਓ ਤੁਹਾਡਾ ਕਾਰਨ ਤੁਹਾਡੇ ਮਾਂ-ਬਾਪ ਨੇ, ਹਨਾ, ਜੇ ਉਹ ਨਾ ਹੁੰਦੇ ਤਾਂ ਤੁਸੀਂ ਜਨਮ ਨਹੀਂ ਲੈ ਸਕਦੇ ਨਾ। ਜਿਵੇਂ ਆਹ ਬਿਲਡਿੰਗ ਖੜੀ ਹੈ, ਇਹਦੇ ਥੱਲੇ ਨੀਂਹ ਖੜੀ ਹੈ ਨਾ, ਬੇਸ ਹੈ, ਉਹਦਾ ਕਾਰਨ ਹੈ। ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੈ। ਤਾਂ ਕਹਿੰਦੇ ਵੀ ਇਹ ਜਿਹੜੀ ਸੂਖਮ ਤੇ ਸਥੂਲ ਦੇਹ ਹੈ ਨਾ, ਉਹਦਾ ਕਾਰਨ ਵੀ, ਉਹਦਾ ਹੇਤੂ ਵੀ ਇਹ ਕਾਰਨ ਦੇ ਹੀ ਹੈ। ਠੀਕ ਹੈ। ਅਗਿਆਨ ਜਿਹੜਾ ਨਾ, ਅਗਿਆਨ ਕਰਕੇ ਸੂਖਮ ਤੇ ਸਥੂਲ ਦੇਹ ਦਾ ਹੁੰਦਾ, ਇਸ ਕਰਕੇ ਅਗਿਆਨ सूक्ष्म स्थूल देह का हेतु है, या तो इसको कारण कहते हैं। मैं नहीं जानता है ना, तत्व ज्ञान से इसका दाह होवे है, तत्व ज्ञान जो हो जाता है वो सड़ जाता है, दाह मैंने सड़ जाती है। या तो इसको देह कहते हैं। देह का अर्थ की होंदा? शरीर। हाँ, शरीर होंदा, पर देह क्यों कहते शरीर नूं? ਉਹਦਾ ਦਾਹ ਹੋ ਜਾਂਦਾ, ਦਹਨ ਸੜ ਜਾਂਦਾ। ਦੇਹ ਨੂੰ ਦਾਗ ਦੇਣਾ ਕਹਿੰਦੇ ਨਾ, ਵੀ ਦਾਹ ਦਿੱਤਾ, ਸਾੜ ਦਿੱਤਾ, ਦੇਹ ਸੜ ਜਾਂਦੀ ਹੈ। ਤੇ ਕਾਰਨ ਦੇ ਵੀ ਤਾਂ ਸੜ ਜਾਂਦੀ ਹੈ ਨਾ, ਉਹਨੂੰ ਵੀ ਕਾਰਨ ਦੇ ਕਿਹਾ। ਕਹਿੰਦੇ ਵੀ ਕਾਰਨ ਦੇ ਕਹਿੰਦੇ ਆ। तत्व ज्ञान से इसका दाह होवे है, यहाँ तो इसको देह कहते हैं। यह अज्ञान गर्भ मंदिर के अंधकार की न्यायी ब्रह्म के आश्रित हो के ब्रह्म को ही वर्ण करता है। ਹਾਂਜੀ, ਆਈ ਸਮਝ? ਆ ਗਈ। ਜਿਵੇਂ ਬਾਹਰਲੀ ਸਰੀਰ ਦਾ ਲੱਕੜਾਂ ਦੈਨ ਕਰਦੀਆਂ, ਬ੍ਰਹਮ ਗਿਆਨ ਪ੍ਰਗਟ ਹੋਣ ਦੇ ਨਾਲ, ਬ੍ਰਹਮ ਦੀ ਉਤਪਤੀ ਦੇ ਨਾਲ ਅੰਦਰ ਦੇ ਸਥੂਲ ਤੇ ਕਾਰਨ ਦਾ ਦੇ ਨਾਸ ਹੋ ਜਾਂਦਾ। ਉਹ ਕਹਿੰਦਾ ਇਹ ਅਗਿਆਨ ਗਰਭ ਬੰਦਰ ਕੇ ਅੰਧਕਾਰ ਕੇ ਨਿਆਈ ब्रह्म के आश्रित होकर ब्रह्म को ही वर्ण करता है। नहीं, ਜਿਹੜਾ ਗਰਭ ਮੰਦਰ ਦੇ ਅੰਦਰ ਦਾ ਹਨੇਰਾ ਹੁੰਦਾ, ਭੌਰੇ ਦੇ ਅੰਦਰ ਹਨੇਰਾ ਹੁੰਦਾ, ਉਹ ਹੁੰਦਾ ਭੌਰੇ ਦੇ ਆਸਰੇ ਹੁੰਦਾ ਨਾ, ਤੇ ਭੌਰੇ ਨੂੰ ਢੱਕਦਾ, ਉਹ ਭੌਰੇ ਨਹੀਂ ਦਿਸਦਾ। ਗਰਭ ਮੰਦਰ ਦਾ ਮਤਲਬ ਕੋਈ ਜ਼ਮੀਨ ਅੰਡਰਗਰਾਊਂਡ ਕੋਈ ਤੁਸੀਂ ਬੇਸ ਬਣਾਈ, ਬੇਸਮੈਂਟ ਬਣਾਈ ਹੈ, ਉਹਦੇ 'ਚ ਹਨੇਰਾ। ਉਹ ਹਨੇਰਾ ਬਣਿਆ ਕਾਹਦੇ ਨਾਲ? ਭੌਰੇ ਨਾਲ। ਤੇ ਭੌਰੇ ਨੂੰ ਹੀ ਢੱਕ ਰਿਹਾ ਉਹ। ब्रह्म दे आसरे अविद्या और उस अविद्या करके ब्रह्म दिख ਰਿਹਾ। आई डोंट नो, मैं नहीं जानदा, ਉਹ ਇੰਨੀ ਗੱਲ ਜਿਹੜੀ ਹੈ ਉਹ ਬ੍ਰਹਮ ਦੇ ਅੰਦਰ ਹੈ ਨਾ, ਚੇਤਨ ਦੇ ਅੰਦਰ ਹੈ, ਉਹੀ ਉਹਨੂੰ ਢੱਕ ਰਿਹਾ। ਜਿਵੇਂ ਮਕਾਨ ਦਾ ਹਨੇਰਾ ਮਕਾਨ ਨੂੰ ਢੱਕ ਰਿਹਾ, ਬ੍ਰਹਮ ਦੇ ਆਸ਼ਰਿਤ ਹੋ ਕੇ ਲਿਖਿਆ ਉਹਨਾਂ ਨੇ। ਜਾਣਤੇ ਇਹ ਗਿਆਨ ਗਰਭ ਮੰਦਰ के अंधकार की न्यायी ब्रह्म के आश्रित हुए ब्रह्म को ही वर्ण करता है। अवर्ण मैंने टकरा, छुपा, अवर्ण मैंने पर्दा करना। हाँ जी, दोहरा। माया की दवा सख्त है, विक्षेपक आवरण। माया ਦੀਆਂ ਦੋ ਸ਼ਕਤੀਆਂ ਨੇ, ਇੱਕ ਤਾਂ ਵਿਖੇਪ ਕਰਦੀ ਹੈ, ਇੱਕ ਆਵਰਨ ਕਰਦੀ ਹੈ। ਵਿਖੇਪ ਦਾ ਹੁੰਦਾ ਹਲਚਲ ਕਰਨੀ, ਗੜਬੜ ਕਰ ਦੇਣੀ। ਕੋਈ ਜਿਵੇਂ ਪਾਣੀ ਖੜਾ ਹੋਵੇ,
ਸਰੋਵਰ ਦਾ ਟਿਕਿਆ ਹੋਵੇ, ਜਦੋਂ ਆਪਾਂ ਰੋੜਾ ਮਾਰਦੇ ਆ ਤੇ ਪਾਣੀ ਹਿਲ ਜਾਂਦਾ, ਤਰੰਗਾਂ ਉੱਠਦੀਆਂ ਨੇ। ਇੱਦਾਂ ਮਾਇਆ ਜੀਵ ਦੇ ਮਨ ਦੇ ਵਿੱਚ ਹਲਚਲ ਪੈਦਾ ਕਰ ਦਿੰਦੀ ਹੈ। ਜਦੋਂ ਮੰਨ ਲਓ ਕੋਈ ਮਕਾਨ ਸੋਹਣਾ ਹੈ, ਬੜੀ ਵਧੀਆ ਕੋਠੀ ਆਪਾਂ ਵੀ ਇੱਦਾਂ ਦੀ ਬਣਾਉਂਦੇ ਹਾਂ, ਕਾਰ ਇਹਨੇ ਬੜੀ ਵਧੀਆ ਲਈ, ਆਪਾਂ ਵੀ ਇੱਦਾਂ ਦੀ ਲੈਂਦੇ ਹਾਂ, ਪੈਂਟ ਬੜੀ ਵਧੀਆ ਪਾਈ, ਯਾਰ ਮੈਂ ਵੀ ਲੈ ਕੇ ਆਉਣਾ, ਚੱਲ ਉੱਧਰ ਨੂੰ। ਵਿਕਸ਼ੇਪ ਹੋ ਗਿਆ ਮਨ ਦੇ ਵਿੱਚ। ਇੱਕ ਤਾਂ ਇਹ ਸ਼ਕਤੀ ਇਹਦੀ ਆਵਰਣ ਪਰਦਾ ਪਾ ਦਿੰਦੀ। ਬ੍ਰਹਮ ਨਹੀਂ ਦਿਸਦਾ, ਸੰਸਾਰ ਦਿਸਦਾ, ਮਾਇਆ ਦਿਸਦੀ, ਪਦਾਰਥ ਦਿਸਦੇ ਨੇ, ਸੱਜਣ ਮਿੱਤਰ ਦੋਸਤ ਦਿਸਦੇ ਨੇ, ਵੱਡਾ ਛੋਟਾ, ਗਰੀਬ ਅਮੀਰ, ਕੀੜੀ ਹਾਥੀ ਤਾਂ ਦਿਸਦਾ, ਪਰ ਬ੍ਰਹਮ ਨਹੀਂ ਦਿਸਦਾ ਉਹਦੇ ਵਿੱਚ। ਠੀਕ ਹੈ, ਇਹ ਆਵਰਣ ਸ਼ਕਤੀ ਹੈ। ਇਹੀ ਮਤਲਬ ਆਪਾਂ ਸਾਰਾ ਦਿਨ ਮਾਇਆ ਦੀ ਸ਼ਕਤੀ ਇਹ ਹੈ। ਮਾਇਆ ਦੀ ਦੋ ਸ਼ਕਤ ਹੈ, ਮਾਇਆ ਦੀ ਦੋ ਸ਼ਕਤੀਆਂ ਨੇ, ਵਿਖੇਪ ਕਰਨਾ ਤੇ ਆਵਰਣ ਪਰਦਾ ਕਰ ਦੇਣਾ। ਚੇਤਨ ਰੂਪ ਭੁਲਾਏ ਕੇ ਢਾਪਿਓ ਅੰਤਰ ਕਰਨ, ਉਹਨੇ ਚੇਤਨ ਰੂਪ ਨੂੰ ਭੁਲਾਤਾ, ਅੰਤःਕਰਨ ਨੂੰ ਢੱਕ ਦਿੱਤਾ। घटिका माया की दो शक्तियां हैं, एक विक्षेपक, दूसरी आवरण। इन्होंने जीव आत्मा को चेतन रूप भुलाए के अंतःकरण ढापा हुआ है। सिक्ख्योवाच दोहरा, मूल अविद्या तुम कही, सब ਉਪਾਦ ਕੋ ਦੇਵ। उपाद को देव। ਇਹ ਗੁਰੂ ਜੀ, ਤੁਸੀਂ ਸਾਰੀਆਂ ਉਪਾਧੀਆਂ ਦਾ ਮੂਲ ਅਵਿਦਿਆ ਨੂੰ ਕਿਹਾ ਵੀ ਅਵਿਦਿਆ ਕਰਕੇ ਹੀ ਸਾਰੇ ਮਤਲਬ ਦਰਜੇ ਬਦਰਜੇ ਬਣੇ ਹੋਏ ਨੇ, ਸੁਖੀ ਦੁਖੀ, ਮੋਟਾ ਪਤਲਾ, ਗੋਰਾ ਕਾਲਾ, ਹਿੰਦੂ ਮੁਸਲਮਾਨ, ਸਿੱਖ ਈਸਾਈ। ਅਵਿਦਿਆ ਕਰਕੇ ਹੀ ਜੰਮਣਾ ਮਰਨਾ, ਜਵਾਨੀ ਬੁਢੇਪਾ ਬਚਪਨ, ਅਵਿਦਿਆ ਕਰਕੇ ਹੀ ਜੀ ਦੁਖੀ ਸੁਖੀ ਬਣਿਆ। ਸਾਰੀ ਅਵਿਦਿਆ, ਸਾਰੇ ਉਪਾਧੀਆਂ ਦਾ ਮੂਲ ਜਿਹੜਾ ਹੈ ਅਵਿਦਿਆ ਹੀ ਕਹੀ ਹੈ ਤੁਸੀਂ। ਲਿੰਗ ਦੇਹ ਅਰ ਥੂਲ ਕੋ ਜਾਣਿਓ ਚਾਹਤ ਭੇਵ। ਹਾਂ, ਜਿਹੜਾ ਯਾਨੀ ਕਾਰਨ ਦੇ ਸੀ ਤਾਂ ਤੁਸੀਂ ਦੱਸਦੀ ਹੈ ਵਿਦਿਆ ਵੀ ਜਿਹਦੇ ਕਰਕੇ ਸਾਰੀ ਪ੍ਰੋਬਲਮ ਹੈ। ਕਹਿੰਦੇ ਫਿਰ ਜੀਵ ਦੀ ਲਿੰਗ ਦੇ ਜਿਹੜੀ ਸੂਖਮ ਦੇ ਹੈ ਉਹਦੇ ਬਾਰੇ ਵੀ ਜਾਣਨਾ ਚਾਹੁੰਦਾ ਮੈਂ, ਤੇ ਜਿਹੜਾ ਜੀਵ ਦਾ ਸਥੂਲ ਦੇ ਹੈ ਜਿਹੜਾ ਦਿਸਦਾ ਉਹਦੇ ਬਾਰੇ ਵੀ, ਤਿੰਨਾਂ ਦਿਆਂ ਬਾਰੇ। ਜਿਵੇਂ ਤੁਸੀਂ ਈਸ਼ਵਰ ਦੀ ਤਿੰਨ ਦੱਸੀਆਂ ਸੀਗੀਆਂ, ਹੁਣ ਮੈਨੂੰ ਜੀਵ ਦੀਆਂ ਵੀ ਦੱਸੋ ਨਾ। ਕਾਰਨ ਦੇ ਤਾਂ ਮੈਂ ਸਮਝ ਗਿਆ ਵੀ ਅਵਿਦਿਆ ਹੈ, ਪਰ ਜੀਵ ਦੀ ਜਿਹੜੀ ਸਥੂਲ ਦੇ ਹੈ, ਉਹ ਜਿਹੜੀ ਸੂਖਸ਼ਮ ਤੇ ਹੈ, ਉਹ ਵੀ ਦੱਸ ਦਿਓ। ਲਿੰਗ ਦਾ ਮਤਲਬ ਹੁੰਦਾ ਸੂਖਸ਼ਮ। टीका प्रश्न, हे देव, आपने सब उपाधियों का मूल अविद्या ही कही, सो मैं जानी, परंतु अब मैं लिंग देह और स्थूल शरीर का भेद जानना चाहता हूँ, सो कहो। श्री गुरुवाच सवैया। और गुरु जी ਦਾ ਜਵਾਬ ਦਿੰਦੇ ਆ। श्री गुरुवाच सवैया, नासका नैन तुचा रसना, मिल कान ए इंद्रिय ज्ञान बखाना। ਕਹਿੰਦੇ ਪੰਜ ਗਿਆਨ ਇੰਦਰੀਆਂ ਨੇ, ਜਿਹਨੂੰ 5 ਸਾਇੰਸ ਕਹਿੰਦੇ ਅੰਗਰੇਜ਼ੀ 'ਚ। ਜਦੋਂ ਬਾਹਰਲੀ ਚੀਜ਼ਾਂ ਦਾ ਸਾਨੂੰ ਅਨੁਭਵ ਹੁੰਦਾ, ਨਾਸਕਾ ਨੱਕ, ਨੈਣ ਅੱਖਾਂ, ਤੁਜਾ ਚਮੜੀ, ਰਸਨਾ ਜੀਵ, ਕੰਨ, ਇਹ ਗਿਆਨ ਇੰਦਰੀਆਂ ਕਹੀਆਂ ਜਾਂਦੀਆਂ। ਵਾਕ ਬੋਲਣ ਵਾਲੀ, ਵਾਕ ਉਪਾਨ ਰੂਪਾਵ, ਉਪਸਥ ਗੁਦਾ ਮਿਲ ਪਾਂਚ ਇਹ ਕਰਮ ਪ੍ਰਧਾਨੋ। ਪੰਜ ਹੀ ਕਰਮ ਇੰਦਰੀਆਂ ਨੇ, ਵਾਕ ਬੋਲਣ ਵਾਲੀ, ਚਮੜੀ ਤੇ ਪਾਨ ਹੱਥ। ਇੱਕ ਤਾਂ ਬੇਨਤੀ ਇਹ ਹੈ ਵੀ ਸਰਵਣ ਹੀ ਕਰਨਾ। ਵੇਦਾਂਤ ਪੜ੍ਹਨ ਦੇ ਵਿੱਚ ਸਾਨੂੰ ਮਹਾਂਪੁਰਸ਼ਾਂ ਨੇ ਕਿਹਾ ਹੈ ਵੀ ਇਹ 'ਚ ਨਹੀਂ ਬੋਲਣਾ, ਆਪਣੀ ਕੋਈ ਅਟਕਲ ਨਹੀਂ ਕਰਨੀ। ਪਹਿਲਾਂ ਅਸੀਂ ਵੀ ਤੁਹਾਡੇ ਤਰ੍ਹਾਂ ਇੱਦਾਂ ਅਟਕਲ ਕਰਦੇ ਸੀਗੇ, ਫਿਰ ਉਹ ਪ੍ਰੋਬਲਮ ਖੜੀ ਹੋ ਜਾਂਦੀ ਸੀ ਸੰਤਾਂ ਨੂੰ। ਉਹ ਕਹਿੰਦੇ ਅਜੇ ਨਹੀਂ ਸਮਝਣਾ, ਅਜੇ ਸੁਣੀ ਜਾਓ ਫਿਰ ਸਮਝਣਾ। ਪਹਿਲਾਂ ਪੰਜ ਦਸੀਆਂ ਨੇ ਗਿਆਨ ਇੰਦਰੀਆਂ, ਹੁਣ ਕਰਮ ਦੀ ਗੱਲ ਚੱਲੀ ਹੈ। ਵਾਕ ਇੰਦਰੀ ਬੋਲਦੀ ਹੈ, ਪਾਨ ਹੱਥ ਨੂੰ ਕਹਿੰਦੇ ਆ, ਪਾ ਪੈਰਾਂ ਨੂੰ ਕਹਿੰਦੇ, ਉਪਸਥ ਪਿਸ਼ਾਬ ਵਾਲੀ ਇੰਦਰੀ ਨੂੰ ਕਹਿੰਦੇ ਆ, ਗੁਦਾ ਮਲ ਨੂੰ ਤਿਆਗਣ ਵਾਲੀ ਨੂੰ। ਇਹ ਕਰਮ ਪ੍ਰਧਾਨ ਹੋਏ ਪੰਜ ਗਿਆਨ ਇੰਦਰੀਆਂ, ਜਿਹੜੀ ਕਰਮ ਇੰਦਰੀਆਂ ਨੇ। ਉੱਪਰਲੀ ਪੰਜ ਗਿਆਨ ਇੰਦਰੀਆਂ ਨੇ, ਇਹ ਪੰਜ ਕਰਮ ਇੰਦਰੀਆਂ ਨੇ। प्राण अपान व्यान समान उदान और मनोबुद्ध मन। ਪੰਜ ਹੀ ਪ੍ਰਾਣ ਨੇ, ਪ੍ਰਾਣ, ਅਪਾਨ, ਵਿਆਨ, ਸਮਾਨ, ਉਦਾਨ। ਇਹ ਪੰਜ ਪ੍ਰਾਣ ਨੇ ਸਾਡੇ ਸਰੀਰ ਚੱਲਦੇ ਨੇ। ਅਤੇ ਮਨ ਬੁੱਧੀ, ਸੂਖਮ ਪਾਂਚੋ ਤਤਵਨ, ਤੇ ਇਹ 17 ਤਤਵ ਕੋ ਸੂਖਮ ਜਾਣੋ।
ਪੰਜ ਸੂਖਸ਼ਮ ਜਿਹੜੇ ਈਸ਼ਵਰ ਦੇ ਕਿਹੜੇ? ਸ਼ਬਦ ਸਪਰਸ਼ ਰੂਪ ਰਸ ਗੰਧ। ਉਹਦੇ ਤੋਂ ਹੀ ਇਹ 17 ਤੱਤਵ ਪੈਦਾ ਹੋਏ ਨੇ ਜੀਵ ਦੇ। ਕਿਹੜੇ ਕਿਹੜੇ? ਪੰਜ ਤੇ ਹੋ ਗਏ ਗਿਆਨ ਇੰਦਰੀ, 5 ਕਰਮ ਇੰਦਰੀ, 5 ਪ੍ਰਾਣ, 16ਵਾਂ ਮਨ, 17ਵੀਂ ਬੁੱਧੀ। 17 ਤੱਤਾਂ ਦਾ ਇਹ ਸੂਖਸ਼ਮ ਸਰੀਰ ਹੈ। 17 तत्वों का ये सूक्ष्म शरीर है। ठीक है। ठीक है। गुरु कहते हैं कि नासिका, नेत्र, त्वचा, रसना और कान, यह 5 ज्ञान इंद्रिय कहे जाते हैं। वाक्य पाण, पाद, उपस्थ, भिक्षानंद का साधक, मदन कुश मदन अंकुश और गुदा, यह 5 क्रम इंद्रियां हैं। प्राण, अपान, व्यान, समान, उदान और मन, बुध, इन 5 सूक्ष्म तत्वों से यह 17 तत्वों का सूक्ष्म शरीर बना जानना। आगे समझ गए? हाँ जी। सिक्खोवाच दोहरा। 5 तत्व सूक्ष्म ते 17 क्यों कर कीन। ਉਹ ਕਹਿੰਦਾ ਵੀ 5 ਤੱਤ ਸੀਗੇ ਈਸ਼ਵਰ ਦੇ ਸੂਖਮ, ਸ਼ਬਦ ਸਪਰਸ਼ ਰੂਪ ਰਸ ਗੰਧ। ਕਹਿੰਦੇ ਇਹ 17 ਕਿਵੇਂ ਬਣ ਗਏ? ਜੀਵ ਦੇ 17 ਕਿਉਂ ਹੋਏ? ਉਹ ਕਿਉਂ ਕੀਤੇ? ਕਈ ਹੈ ਮੋਸੋ ਪ੍ਰਗਟ ਕਰ, ਕਾਂਸੋ ਕੌਣ ਪ੍ਰਬੀਰ। ਮੈਨੂੰ ਇਹ ਕਿਰਪਾ ਕਰਕੇ ਪ੍ਰਗਟ ਕਰਕੇ ਦੱਸੋ ਵੀ ਕਿਹੜੇ ਤੋਂ ਕਿਹੜਾ ਬਣਿਆ? ਸ਼ਬਦ ਤੋਂ ਕਿਹੜਾ ਬਣਿਆ? ਸਪਰਸ਼ ਤੋਂ ਕਿਹੜਾ? ਰੂਪ ਤੋਂ ਕਿਹੜਾ ਬਣਿਆ? ਰਸ ਤੋਂ ਕਿਹੜਾ ਬਣਿਆ? ਗੰਧ ਤੋਂ ਕਿਹੜਾ ਬਣਿਆ? ਇਹ ਮੈਨੂੰ ਕਿਰਪਾ ਕਰਕੇ ਭੇਦ ਦੱਸੋ ਇਹਦਾ। सिख प्रश्न के 5 सूक्ष्म तत्वों से 17 तत्व किस प्रकार से किए? हे प्रवीण गुरु, यह मेरे प्रत कहो कि कौन तत्व से कौन तत्व हुआ। श्री गुरु वाच। वाक्य श्रवण आकाश ते प्रगट होत यह जान। कहते वाक ते श्रवण। वाक ते हैगी कर्म इंद्री, श्रवण हैगी है ज्ञान इंद्री। ये आकाश तो प्रगट होए ने। वाक इंद्री ਜਿਹੜੀ ਬੋਲਣ ਦੀ ਕਰਮ ਇੰਦਰੀ ਹੋ ਗਈ ਤੇ ਸਰਵਣ ਇੰਦਰੀ ਉਹਨੂੰ ਸੁਣਨ ਵਾਲੀ ਹੋ ਗਈ। ਇਹ ਆਕਾਸ਼ ਦਾ ਆਕਾਸ਼ ਤੋਂ ਪ੍ਰਗਟ ਹੋਏ ਨੇ। ਵਹ ਬੋਲੇ ਵਹ ਸੁਨਤ ਹੈ, ਸੋਈ ਸ਼ਬਦ ਨਿਦਾਨ। ਹਾਂ, ਇਹਨਾਂ ਦਾ ਆਪਸ ਵਿੱਚ ਮੇਲ ਹੈ। ਵਹ ਬੋਲਦਾ ਵਾਕ ਇੰਦਰਾ ਤੇ ਸਰਵਣ ਇੰਦਰਾ ਸੁਣਦਾ। ਇਹ ਸ਼ਬਦ ਦਾ ਕਾਰਨ ਹੈ। ਸ਼ਬਦ ਦਾ ਕਾਰਨ ਆਕਾਸ਼ ਹੈ, ਕਿਉਂਕਿ ਆਕਾਸ਼ ਤੋਂ ਸ਼ਬਦ ਦੀ ਉਤਪਤੀ ਹੋਈ ਹੈ ਨਾ, ਤੇ ਸ਼ਬਦ ਤੋਂ ਉਤਪਤੀ ਆਕਾਸ਼ ਦੀ ਹੋਈ ਹੈ। ਸ਼ਬਦ ਤੋਂ ਆਕਾਸ਼ ਦੀ ਉਤਪਤੀ ਹੋਈ ਹੈ। ਇਸ ਕਰਕੇ ਕਹਿੰਦੇ ਵੀ ਇਹ ਆਕਾਸ਼ ਤੋਂ ਹੋਏ ਨੇ। ਕੌਣ ਕੌਣ? ਵਾਕ ਤੇ ਸਰਵਣ। ਕਿਉਂਕਿ ਈਸ਼ਵਰ ਪਹਿਲਾਂ ਸ਼ਬਦ ਤੋਂ ਆਕਾਸ਼ ਪੈਦਾ ਕਰਦਾ। ਆਕਾਸ਼ ਤੋਂ ਜੀਵ ਦੇ 2 ਇੰਦਰੀ ਪੈਦਾ ਹੋਏ, वाक और सर्व। वह बोला वह सुनत है, सोई शब्द निदान। टीका। उत्तर वाक्य वचन और श्रवण कान यह आकाश से प्रकट हुए हैं, जानिए। वह वाक्य बोले हैं और वह श्रवण सुनते हैं। आकाश के सत्व गुण का भाग श्रवण है और आकाश के रजोगुण का भाग वाक्य है। श्रवण इंद्रिय शब्द को सुनता है और वाक्य इंद्रिय शब्द को बोलता है। श्रवण ज्ञान इंद्रिय है और वाक कर्म इंद्रिय है। इन दोनों की मित्रता है। दोहरा। त्वचा पान ए पवन ते प्रगट होत है मित। त्वचा मैंने चमड़ी, पान मैंने हाथ। ये हवा तो पैदा होंदे ने। हवा जिहड़ी है ये मतलब अकाल पुरख ने पहला स्पर्श गुण पैदा किया, ਉਹਦੇ ਤੋਂ हवा पैदा हुई है। ਈਸ਼ਵਰ ਦੇ ਸਪਰਸ਼ ਤੋਂ ਹਵਾ ਪੈਦਾ ਹੋਈ ਹੈ। ਉਹਦੇ ਤੋਂ ਫਿਰ ਜੀਵ ਦੇ 2 ਇੰਦਰੀ ਪੈਦਾ ਹੋਏ ਨੇ। ਇੱਕ ਤਵਚਾ, ਚਮੜੀ ਜਿਹੜੀ ਖੱਲੜੀ, ਸਕਿਨ ਤੇ ਹੱਥ। ਹਾਂਜੀ। 2 ਸਪਰਸ਼ ਧਰਮ ਕੋ ਨੀਕੇ ਜਾਣਤ ਚਿੱਤ। ਦੋਵੇਂ ਸਪਰਸ਼ ਦੇ ਧਰਮ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਨਿਭਾਉਂਦੇ ਨੇ। ਕਿਵੇਂ? ਚਮੜੀ ਸਪਰਸ਼ ਨੂੰ ਜਾਣਦੀ ਹੈ, ਹੱਥ ਨੂੰ ਸਪਰਸ਼ ਕਰਦਾ। ਇਹਦਾ ਪਤਲਾ ਨੇ ਪਤਾ ਲੱਗਦਾ। हाँ जी। ठीक है। हे मित्र, त्वचा खलड़ी पान यह पवन से प्रकट होते हैं। दोनों ही यह धर्म के स्पर्श, दोनों ही का यह धर्म है कि स्पर्श को भली प्रकार से चित्त में जानना
वायु के सतोगुण का भाग त्वचा है और वायु के रजोगुण का भाग हाथ है। ठीक है। त्वचा इंद्रिय स्पर्श को ग्रहण करे है और हाथ इंद्रिय तिसका निर्वाह करे है। त्वचा ज्ञान इंद्रिय है और हाथ कर्म इंद्रिय है। इन दोनों की मित्रता है। दोहरा नैन चरण ए तेज ते इंद्री दोए कहीज। हाँ, नैन अखां ते चरण पैर ਇਹ ਦੋਵੇਂ ਅਗਨੀ ਤੋਂ ਪੈਦਾ ਹੋਈਆਂ ਦੋਵੇਂ ਇੰਦਰੀਆਂ। ਨੈਣ ਜਿਹੜੀ ਨੇ ਗਿਆਨ ਇੰਦਰੀ ਹੈ, ਚਰਨ ਜਿਹੜੀ ਹੈ ਕਰਮ ਇੰਦਰੀ ਹੈ। ਇਹ ਕਿੱਥੋਂ ਪੈਦਾ ਹੋਈਆਂ ਨੇ? ਅਗਨੀ ਤੋਂ। ਵੇ ਚਾਹਤ ਯਹ ਰੂਪ ਕੋ ਵੇ ਲੈ ਜਾਤ ਤਹੀਜ। ਜਿਹੜੀਆਂ ਗਿਆਨ ਇੰਦਰੀਆਂ ਅੱਖਾਂ ਨੇ ਉਹ ਰੂਪ ਨੂੰ ਚਾਹੁੰਦੀਆਂ ਨੇ ਵੇਖਣਾ, ਤੇ ਪੈਰ ਉੱਥੇ ਲੈ ਜਾਂਦੇ ਨੇ। ਹਾਂਜੀ, ਉਧਰ ਜਿੱਥੇ ਰੂਪ ਹੋਏਗਾ, ਫੁੱਲ ਖਿੜਿਆ ਬਗੀਚਾ, ਕਹਿੰਦਾ ਚੱਲ ਦੇਖ ਕੇ ਆਈਏ ਆਪਾਂ, ਫਟਾਫਟ ਉੱਧਰ ਮੁੜ ਜਾਂਦੇ ਹਾਂ। ਹਾਂਜੀ, ਕੋਈ ਵਧੀਆ ਸੀਨ ਹੈ, ਕੋਈ ਫਿਲਮ ਲੱਗੀ ਮੰਨ ਲਓ ਸਿਨੇਮੇ 'ਚ, ਅੱਖਾਂ ਦੇਖਣਾ ਚਾਹੁੰਦੀਆਂ ਨੇ, ਪੈਰ ਲੈ ਕੇ ਜਾਂਦੇ ਨਾ। ਹਾਂਜੀ। टीका नेत्र और चरण यह तेज से दोनों इंद्रियां कहियां हैं। वे नेत्र जिस रूप को चाहते हैं वह पैर तहाँ ही ले जावे हैं। तेज के सत्व गुण का भाग नेत्र इंद्रियां हैं और तेज के रजोगुण का भाग चरण है। नेत्र रूप का ग्रहण करे हैं और चरण इंद्रियां तहाँ गवन करे हैं। नेत्र ज्ञान है, ज्ञान इंद्रिय है और पाद कर्मों कर्म इंद्रिय है। पैर यो दोनों की मित्रता। हाँ, मित्रता है। रसना काम अंकुश भयो जल ते दो तात। ਰਸਨਾ ਤੇ ਕਾਮ ਅੰਕੁਸ਼ ਜਿਹੜਾ ਆਪਣਾ ਲਿੰਗ ਹੈ, ਇਹ ਦੋਵੇਂ ਜਲ ਤੋਂ ਪੈਦਾ ਹੋਏ ਨੇ। जानत रस ते स्वाद को समझ देह यह बात। ਹਾਂ, ਇਹ ਰਸ ਦੇ ਬਾਰੇ ਜਾਣਦੇ ਨੇ, ਕਿਉਂਕਿ ਈਸ਼ਵਰ ਦਾ ਇੱਕ ਪੰਜਾਂ ਚੋਂ ਗੁਣ ਸੀਗਾ, ਈਸ਼ਵਰ ਦਾ ਰਸ ਸੂਖਮ ਸਰੀਰ ਦਾ, ਉਹਦੇ ਵਿੱਚੋਂ ਪੈਦਾ ਹੋਇਆ ਜਲ। ਉਸ ਜਲ ਤੋਂ ਜੀਵ ਦੀਆਂ ਦੋ ਇੰਦਰੀਆਂ ਪੈਦਾ ਹੋਈਆਂ, ਰਸਨਾ ਤੇ ਕਾਮ ਅੰਕੁਸ਼। ਕਹਿੰਦੇ ਰਸਨਾ ਜਿਹੜੀ ਹੈ ਉਹਦੇ ਰਸ ਨੂੰ ਜਾਣਦੀ ਹੈ, ਤੇ ਕਾਮ ਅੰਕੁਸ਼ ਜਿਹੜਾ ਉਹਦਾ ਤਿਆਗ ਕਰਦਾ ਜਲ ਦਾ। ਠੀਕ ਆ। ਤੇ ਸਵਾਦ ਕੋ ਜਾਣਤ ਰਸਤੇ ਸਵਾਦ ਕੋ ਸਮਝ ਦੇ। ਰਸ ਤੇ ਜਾਣਤ ਰਸ ਤੇ ਸਵਾਦ ਕੋ, ਰਸ ਤੇ ਸਵਾਦ ਨੂੰ ਜਾਣਦੇ समझ दे के। टीका रसना जिह्वा और कामंकुश लिंग इंद्रिया यह दोनों ही उत्पत्ति जल में है। जल से है। जल से है। दोनों की उत्पत्ति जल से है प्यारे। यह रस के स्वाद को जानती है। यह वार्ता समझ से देखो। जल के सत्व गुण का भाग जीवा है और जल के रजोगुण का भाग वही कामंकुश उपस्थ। जिह्वा इंद्रिय रस का ग्रहण करे है और उपजब इंद्रिय उपस्थ इंद्रिय रस त्याग करे है। जिह्वा ज्ञान इंद्रिय है और उपस्थ कर्मेंद्रिय है। इन दोनों की मित्रता। दोहरा मूल द्वार और नासिका ए पृथ्वी ते दोए वही ठिकानो गंध को वह ज्ञान गंध होए। मूल द्वार कहते ने जिथों मल त्यागते हैं, गुदा भी कहते हैं उन्होंने, ते नासका नक नूं कहते। ये दोवें पृथ्वी तो होए ने। पृथ्वी गंध तो होई है, ईश्वर का जिहड़ा सूखम रूप है गंध है ना, स्थूल सूखम शरीर का अंश है, ਉਹਦੇ ਤੋਂ पृथ्वी होई है। ते पृथ्वी तो फिर जीव दियां दो इंद्रियां होईयां ने। मूल द्वार कर्म इंद्री है ਤੇ ਨਾਸਤਾ ਗਿਆਨ ਇੰਦਰੀ ਹੈ। ਇਹ ਪ੍ਰਿਥਵੀ ਤੋਂ ਹੋਈਆਂ ਨੇ, ਕਿਉਂਕਿ ਜਿਹੜੀ ਗੰਧ ਹੈ ਉਹ ਧਰਤੀ ਤੋਂ ਹੀ ਆਉਂਦੀ ਹੈ। ਪਾਣੀ ਪਾ ਦੇ ਨਾ ਧਰਤੀ ਦੇ, ਮਹਿਕ ਆਉਂਦੀ ਨਾ, ਉਹ ਸਾਰੇ ਜਿੰਨੀ ਮਹਿਕ ਦੁਨੀਆ ਦੀ ਆ ਰਹੀ ਹੈ, ਵਰਡ ਫੁੱਲਾਂ ਦੀ ਹੈ, ਅਤਰ ਦੀ ਹੈ, ਸੈਂਟ ਦੀ ਹੈ, ਪਰਫਿਊਮ ਦੀ, ਜੋ ਵੀ ਹੈ, ਉਹ ਸਾਰੀ ਧਰਤੀ ਦਾ ਗੁਣ ਹੈ। ਉਹ ਕਹਿੰਦੇ ਨੇ ਵਹੀ ਠਿਕਾਣੋ ਗੰਧ ਕੋ। ਉਹ ਜਿਹੜੀ ਮੂਲ ਦੁਆਰ ਹੈ ਉਹ ਗੰਧ ਦਾ ਠਿਕਾਣਾ ਹੈ ਮੇਨ, ਕਿਉਂਕਿ ਉੱਥੋਂ ਗੰਦਗੀ ਜੋ ਤਿਆਗਦੇ ਆ ਉਹਦੇ 'ਚੋਂ ਵਾਸ਼ਨਾ ਹੁੰਦੀ ਹੈ। ਤੇ ਵਾਹੇ ਗਿਆਨ ਗੰਧ ਹੋਏ। ਨੱਕ ਨੂੰ ਗਿਆਨ ਦਾ ਗੰਧ ਹੁੰਦਾ, ਗੰਧ ਦਾ ਗਿਆਨ ਹੁੰਦਾ। ਹਾਂਜੀ। टीका मूल द्वार गुदा और नासिका यह पृथ्वी से हुए हैं। वह मूल द्वार दुर्गंध का स्थान है
वो नासिका को गंध का ज्ञान होता है। पृथ्वी के सत्व गुण का भाग नासिक है और पृथ्वी के रजोगुण का भाग गुदा है। नासिका इंद्रिय गंध का ग्रहण करे है और गुदा इंद्रिय गंध का त्याग करे है। नासिका ज्ञान इंद्रिय है और गुदा कर्म इंद्रिय है। इन दोनों की मित्रता है। प्राण अपान समान अर बयान उदानह जान। पांच ठिकाने ते भयो एका पवन बखान। ਇੰਨਾ ਹੀ ਕਰ ਲਈਏ ਮੇਰਾ ਖਿਆਲ ਕੱਲ ਇੱਥੋਂ ਪੁਰਾਣਾ ਦੀ ਵਿਸ਼ਾ ਸ਼ੁਰੂ ਕਰਾਂਗੇ। ਇਹਨੂੰ ਤੁਸੀਂ ਘੱਟੋ ਘੱਟ ਵੀ 20 ਵਾਰੀ ਪੜੋਗੇ ਨਾ, ਫਿਰ ਤੁਹਾਡੇ ਦਿਮਾਗ 'ਚ ਬੈਠਣੀ ਗੱਲ। ਠੀਕ ਹੈ। ਠੀਕ ਹੈ। ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।